ਨਿੱਜਰਾਂ ਦੀ ਪੰਡੋਰੀ ਨਗਰ ਤੋਂ ਚੜ੍ਹਦੇ ਵੱਲ ਥੋੜ੍ਹੀ ਦੂਰ ਸੰਤ ਮੱਲ ਸਿੰਘ ਜੀ ਇੱਕ ਡੇਰੇ ਵਿੱਚ ਰਹਿੰਦੇ ਸਨ। ਇਸ ਡੇਰੇ ਵਿੱਚ ਵਿਦਿਆ ਦਾ ਲੰਗਰ ਤੇ ਪ੍ਰਸ਼ਾਦੇ ਦਾ ਲੰਗਰ ਦੋਨੋਂ ਹੀ ਚੱਲਦੇ ਸਨ। ਸੰਤਾਂ ਨੇ ਬਾਬਾ ਜੀ ਨੂੰ ਵੱਖਰਾ ਕਮਰਾ ਦੇ ਦਿੱਤਾ। ਆਪ ਉੱਥੇ ਰਹਿਣ ਲੱਗ ਪਏ। ਉੱਥੇ ਹੋਰ ਵੀ ਬਹੁਤ ਵਿਦਿਆਰਥੀ ਰਹਿੰਦੇ ਸਨ, ਪਰ ਬਾਬਾ ਜੀ ਦਾ ਉਹਨਾਂ ਨਾਲੋਂ ਸੁਭਾਅ ਕੁਝ ਵੱਖਰਾ ਸੀ, ਕਿਉਂਕਿ ਭਗਤਾਂ ਤੈ ਸੰਸਾਰੀਆਂ ਜੋੜ ਕਦੇ ਨਾ ਆਇਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਗ 819। ਉਹਨਾਂ ਸਭਨਾਂ ਨੇ ਆਪਸ ਵਿੱਚ ਹੱਸਣਾ ਖੇਡਣਾ, ਪਰ ਬਾਬਾ ਜੀ ਨੇ ਆਪਣੇ ਆਨੰਦ ਵਿੱਚ ਮਗਨ ਰਹਿਣਾ। ਨਾ ਕਿਸੇ ਕੋਲ ਜਾਣਾ ਤੇ ਨਾ ਹੀ ਕਿਸੇ ਨੇ ਬਾਬਾ ਜੀ ਕੋਲ ਆਉਣਾ। ਜੇ ਕਿਸੇ ਨੇ ਬੁਲਾਉਣ ਦੀ ਕੋਸ਼ਿਸ਼ ਕਰਨੀ ਤਾਂ ਜਵਾਬ ਕੋਈ ਨਾ ਦੇਣਾ। ਇਸ ਤਰ੍ਹਾਂ ਕੁਝ ਸਮਾਂ ਬੀਤਿਆ। ਇੱਕ ਦਿਨ ਸੰਤ ਮੱਲ ਜੀ ਨੇ ਸਾਰੇ ਵਿਦਿਆਰਥੀਆਂ ਨੂੰ ਇਕੱਠੇ ਕਰਕੇ ਪੁੱਛਿਆ, ਇਹ ਜਿਹੜਾ ਸੰਤ ਨਵਾਂ ਆਇਆ ਹੈ ਉਹ ਕੀ ਕਰਦਾ ਹੈ? ਤਾਂ ਦੱਸਿਆ, ਜੀ ਉਹ ਤਾਂ ਆਪਣੇ ਕਮਰੇ ਵਿੱਚ ਹੀ ਰਹਿੰਦੇ ਹਨ ਜਾਂ ਕਦੇ ਬਾਹਰ ਚਲੇ ਜਾਂਦੇ ਹਨ, ਕਿਸੇ ਨਾਲ ਬਹੁਤਾ ਬੋਲਦੇ ਚਾਲਦੇ ਨਹੀਂ। ਲਾਂਗਰੀ ਨੇ ਦੱਸਿਆ, ਜੀ ਉਹ ਤਾਂ ਪ੍ਰਸ਼ਾਦਾ ਵੀ 8 ਪਹਿਰਾਂ ਵਿੱਚ ਇੱਕ ਵਾਰ ਹੀ ਛਕਦੇ ਹਨ, ਹੋਰ ਕਦੇ ਕੋਈ ਸਵਾਲ ਨਹੀਂ ਪਾਉਂਦੇ। ਇਹ ਗੱਲਾਂ ਸੁਣ ਕੇ ਸੰਤ ਮੱਲ ਜੀ ਚੁੱਪ ਕਰ ਗਏ। ਇੱਕ ਦਿਨ ਸੰਤ ਮੱਲ ਸਿੰਘ ਜੀ ਸਾਰੇ ਡੇਰੇ ਦੀ ਨਿਗਰਾਨੀ ਕਰਦੇ ਹੋਏ ਕਮਰੇ ਦੇ ਬਾਹਰ ਆ ਗਏ। ਬਾਬਾ ਜੀ ਸੰਤਾਂ ਨੂੰ ਵੇਖ ਕੇ ਸਤਿਕਾਰ ਵਿੱਚ ਉੱਠ ਖਲੋਤੇ। ਸੰਤ ਮੱਲ ਸਿੰਘ ਜੀ ਨੇ ਬਾਬਾ ਜੀ ਦੇ ਮਸਤਕ ਵੱਲ ਚੰਗੀ ਤਰ੍ਹਾਂ ਦੇਖਿਆ ਤੇ ਜਾਣ ਲਿਆ ਕਿ ਇਹ ਕਿਸ ਅਵਸਥਾ ਦੇ ਮਾਲਕ ਹਨ। ਸੰਤ ਮੱਲ ਸਿੰਘ ਜੀ ਨੇ ਆਖਿਆ, ਸੰਤ ਜੀ ਸਭ ਠੀਕ ਤਾਂ ਹੈ, ਕਿਸੇ ਤਰ੍ਹਾਂ ਦੀ ਕੋਈ ਤਕਲੀਫ ਤਾਂ ਨਹੀਂ, ਕੋਈ ਤੰਗ ਤਾਂ ਨਹੀਂ ਕਰਦਾ। ਜੇ ਕਿਸੇ ਕੋਈ ਵੱਲੋਂ ਕੋਈ ਚੀਜ਼ ਦੀ ਲੋੜ ਹੋਵੇ ਤਾਂ ਹੁਕਮ ਕਰੋ। ਤਾਂ ਬਾਬਾ ਜੀ ਨੇ ਹੱਥ ਜੋੜ ਕੇ ਆਖਿਆ, ਮਹਾਰਾਜ ਆਪ ਜੀ ਦੀ ਛਤਰ ਛਾਇਆ ਹੇਠ ਕਿਸੇ ਤਰ੍ਹਾਂ ਦੀ ਨਾ ਕੋਈ ਤਕਲੀਫ ਹੈ ਤੇ ਨਾ ਕੋਈ ਕੁਝ ਕਹਿੰਦਾ ਹੈ, ਨਾ ਹੀ ਕਿਸੇ ਚੀਜ਼ ਦੀ ਥੁੜ ਹੈ। ਇਹ ਗੱਲਾਂ ਸੁਣ ਕੇ ਸੰਤ ਮੱਲ ਸਿੰਘ ਜੀ ਬਹੁਤ ਪ੍ਰਸੰਨ ਹੋਏ ਤੇ ਆਪਣੇ ਆਸਣ 'ਤੇ ਪਹੁੰਚ ਗਏ। ਕੁਝ ਸਮੇਂ ਬਾਅਦ ਇੱਕ ਦਿਨ ਬਾਬਾ ਜੀ ਨੇ ਅੰਦਰੋਂ ਬੂਹਾ ਬੰਦ ਕਰ ਲਿਆ ਤੇ 4 ਦਿਨ ਬਾਹਰ ਨਾ ਆਏ। ਇਹ ਸਾਰਾ ਸਮਾਚਾਰ ਸੰਤ ਮੱਲ ਸਿੰਘ ਜੀ ਪਾਸ ਵੀ ਪਹੁੰਚਿਆ। ਉਹਨਾਂ ਆਖਿਆ, ਉਹ ਰਜਾ ਦੇ ਮਾਲਕ ਹਨ, ਬੈਠੇ ਰਹਿਣ ਦਿਓ, ਆਪੇ ਬਾਹਰ ਆ ਜਾਣਗੇ। ਪਰ ਸੇਵਾਦਾਰਾਂ ਨੇ ਆਖਿਆ, ਜੀ ਸਾਨੂੰ ਬੂਹਾ ਖੋਲ੍ਹ ਕੇ ਵੇਖਣਾ ਚਾਹੀਦਾ ਹੈ ਕਿ ਕੀ ਗੱਲ ਹੈ। ਸੰਤਾਂ ਆਖਿਆ, ਚਲੋ ਦੇਖ ਲਓ। ਤੇ ਜਦ ਆਵਾਜ਼ਾਂ ਮਾਰੀਆਂ, ਬੂਹਾ ਖੜਕਾਇਆ ਤਾਂ ਕੁੰਡੀ ਨਾ ਖੁੱਲ੍ਹੀ। ਤਾਂ ਸੇਵਾਦਾਰਾਂ ਨੇ ਤਖਤੇ ਦੀ ਚੂੜਾ ਪੱਟ ਕੇ ਦੇਖਿਆ ਤਾਂ ਬਾਬਾ ਜੀ ਅੰਦਰ ਚੌਂਕੜਾ ਮਾਰ ਕੇ ਸਮਾਧੀ ਵਿੱਚ ਬੈਠੇ ਸਨ। ਇਹ ਵੇਖ ਕੇ ਸੇਵਾਦਾਰ ਪਾਸ ਚਲੇ ਗਏ, ਪਰ ਬੁਲਾਇਆ ਨਹੀਂ। ਤਖਤ ਨੂੰ ਉਸੇ ਤਰ੍ਹਾਂ ਗੇਟ 'ਤੇ ਲਾ ਦਿੱਤਾ। ਉਸ ਦਿਨ ਜਦੋਂ ਸ਼ਾਮ ਨੂੰ ਸਮਾਧੀ ਖੁੱਲ੍ਹੀ ਤਾਂ ਸੇਵਕਾਂ ਨੇ ਸੰਤ ਮੱਲ ਸਿੰਘ ਜੀ ਨੂੰ ਜਾ ਕੇ ਦੱਸਿਆ। ਸੰਤ ਮੱਲ ਸਿੰਘ ਜੀ ਆਪ ਚੱਲ ਕੇ ਕਮਰੇ ਵਿੱਚ ਪਹੁੰਚੇ ਤੇ ਸੇਵਾਦਾਰਾਂ ਨੂੰ ਆਖਿਆ ਕਿ ਲਿਆਓ, ਦੁੱਧ ਛਕਾਓ, ਸੰਤਾਂ ਦੀ ਸੇਵਾ ਕਰੋ। ਇੱਕ ਦਿਨ ਫਿਰ ਮੇਲ ਹੋਇਆ। ਸੰਤ ਮੱਲ ਸਿੰਘ ਜੀ, ਜੋ ਕਿ ਬਹੁਤ ਵਿਦਵਾਨ ਸਨ, ਕੁਝ ਪਰਮਾਰਥ ਬਾਰੇ ਪੁੱਛਿਆ। ਦੱਸਿਆ, ਬਾਬਾ ਜੀ ਨੇ ਯਥਾਯੋਗ ਜਵਾਬ ਦਿੱਤਾ। ਸੰਤ ਉੱਤਰ ਸੁਣ ਕੇ ਬੜੇ ਪ੍ਰਸੰਨ ਹੋਏ। ਨਿਤਨੇਮ ਬਾਰੇ ਪੁੱਛਿਆ ਤਾਂ ਦੱਸਿਆ, ਜੀ ਜਪਜੀ ਸਾਹਿਬ ਦੇ ਪਾਠ ਅਤੇ ਪਹਿਲੇ ਪੌੜੀ ਦਾ ਇਸ ਤਰੀਕੇ ਨਾਲ ਇਤਨਾ ਕੁ ਜਾਪ ਕਰਦੇ ਹਾਂ। ਇਹ ਸੁਣ ਕੇ ਸੰਤ ਮੱਲ ਸਿੰਘ ਜੀ ਨੇ ਆਖਿਆ, ਜੀ ਤੁਸੀਂ ਧੰਨ ਹੋ। ਇਸ ਤਰ੍ਹਾਂ ਕਰਕੇ ਬਹੁਤ ਸਤਿਕਾਰ ਨਾਲ ਹੱਥ ਜੋੜੇ ਤੇ ਬਾਬਾ ਜੀ ਨੇ ਉਹਨਾਂ ਦੇ ਹੱਥਾਂ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਆਖਿਆ, ਮਹਾਰਾਜ ਤੁਸੀਂ ਸਾਡੇ ਦਾਦਾ ਗੁਰੂ ਹੋ, ਇਤਨਾ ਭਾਰ ਨਾ ਚੜਾਓ। ਸੰਤਾਂ ਆਖਿਆ, ਕੋਈ ਬੰਦਾ ਉਮਰ ਕਰਕੇ ਵੱਡਾ ਨਹੀਂ ਹੁੰਦਾ, ਬਲਕਿ ਕਮਾਈ ਨਾਲ ਵੱਡਾ ਹੁੰਦਾ ਹੈ। ਜੋ ਕਮਾਈ ਕਰੇਗਾ ਉਹ ਸਤਿਕਾਰਯੋਗ ਹੋ ਜਾਏਗਾ। ਕੋਈ ਹੋਰ ਫੁਰਨਾ ਹੈ ਤਾਂ ਦੱਸੋ। ਬਾਬਾ ਜੀ ਨੇ ਬੇਨਤੀ ਕੀਤੀ, ਜੀ ਕਦੇ ਨਰਸਿੰਘ ਦੇ ਵੀ ਦਰਸ਼ਨ ਹੋ ਸਕਦੇ ਹਨ? ਆਖਿਆ, ਕਿਉਂ ਨਹੀਂ, ਅਭਿਆਸ ਕਰਨ ਨਾਲ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ, ਪਰ ਨਰਸਿੰਘ ਦੀ ਪ੍ਰੀਖਿਆ ਬੜੀ ਕਰੜੀ ਹੈ। ਉਹਨਾਂ ਦੇ ਦਰਸ਼ਨ ਬੜੇ ਪ੍ਰਤਾਪ ਵਾਲੇ ਹਨ, ਪਰ ਜਿਸ ਤਰ੍ਹਾਂ ਦੀ ਤੁਹਾਡੀ ਕਠਨ ਤਪੱਸਿਆ ਹੈ, ਇਸ ਅੱਗੇ ਇਹ ਗੱਲ ਵੱਡੀ ਨਹੀਂ। ਸੰਤ ਮੱਲ ਸਿੰਘ ਜੀ ਨੇ ਸ਼੍ਰੀ ਨਰਸਿੰਘ ਕਵਚ ਨਾਮ ਦਾ ਇੱਕ ਸ਼ਬਦ ਦੇ ਦਿੱਤਾ ਤੇ ਆਖਿਆ, ਇਸ ਦੇ 5 ਪਾਠ ਰੋਜ਼ ਸ਼ਾਮ ਵੇਲੇ ਕਰ ਲਿਆ ਕਰੋ। ਸੰਤਾਂ ਆਖਿਆ ਕਿ ਆਪਣਾ ਨਿਸ਼ਾਨਾ ਤਾਂ ਗੁਰੂ ਨਾਨਕ ਉੱਪਰ ਹੈ। ਇਸ ਤੋਂ ਬਾਅਦ ਬਾਬਾ ਜੀ ਉੱਠ ਕੇ ਆਪਣੇ ਕਮਰੇ ਵਿੱਚ ਚਲੇ ਗਏ। ਇਸ ਬਚਨ ਤੋਂ ਕੁਝ ਦਿਨ ਬਾਅਦ ਸੰਤ ਮੱਲ ਸਿੰਘ ਜੀ ਡੇਰੇ ਵਿੱਚ ਫਿਰਦੇ ਫਿਰਦੇ ਬਾਬਾ ਜੀ ਦੇ ਕਮਰੇ ਵੱਲ ਚਲੇ ਗਏ। ਜਾ ਕੇ ਬੂਹੇ ਅੱਗੇ ਖਲੋ ਗਏ। ਬਾਬਾ ਜੀ ਸਮਾਧੀ ਵਿੱਚ ਰਹੇ। ਉਸ ਵਕਤ ਸੰਤਾਂ ਨੂੰ ਬਾਬਾ ਜੀ ਦੀ ਥਾਂ ਨਰਸਿੰਘ ਦਾ
रूप ही दिसिया ते बड़े बेअंत तेज नज़र आया। संतां ने आवाज़ दे के बाबा जी नूं कहा, महापुरुषो संभल जाओ। 3 वार ये आवाज़ दिती। आवाज़ सुन के बाबा जी ने नेत्र खोले तो संतां ने कहा, तुसीं तां आप नरसिंह बने बैठे हो। बाबा जी ने कहा, जी सानू तां कुछ पता नहीं, सानू तां दर्शन भी नहीं होए। आख्या किते दर्शन भी हो जाणगे। अज संत मल सिंह जी ने बाबा जी का नाम पूछया कि तुहाडा नाम की है। बेनती की, जी माता पिता ने तां निहाल सिंह रखिया सी, पर संत राम सिंह जी ने हरनाम सिंह रख दिता है। संत मल सिंह जी ने आख्या, असीं तुहाडा नाम महा हरनाम सिंह रखदे हां। हुण तुसीं अपनी मर्जी नाल जिथे मर्जी विचरो। 7 बचन करके ते बख्शिशां लैके श्री ਅੰਮ੍ਰਿਤਸਰ ਵੱਲ ਨੂੰ ਚਾਲੇ पा दिते। श्री ਅੰਮ੍ਰਿਤਸਰ सिफती दा घर। श्री ਅੰਮ੍ਰਿਤਸਰ ਸਾਹਿਬ पहुंचे। श्री दरबार साहिब जी के दर्शन किए। सरोवर दियां शीतल लहरां ने मन मोह लिया। सोचा कि यह स्थान भगती लई ठीक है, क्योंकि मन विच धार लिया सी कि हुण दम दम सदा संभालदा, दम ना बिरथा जाए। श्री गुरु ग्रंथ साहिब जी अंग 556। एक वे सवास नाम तो खाली ना जाए, क्योंकि जिन्हां नूं सवासां दी कदर है, ये सोच उन्हां दी ही हो सकती है। क्योंकि नाम जपण को जीवा दिती, हर दर्शन को अखी, एक एक सवास अमोलक हीरा, हथ ना आवे लखी। इत्थे गुरु दा दर्शन भी है, इसलिए ये स्थान ठीक है। इत्थे इस तरह नियम रखिया कि रात ढलण सार सरोवर विच इशनान करके परिक्रमा विच चौंकड़ा मार के समाधि स्थिर हो जाना। जिस वेले संगतां दी आवाजाई शुरू हो जानी तो उत्थों उठ के कदे तां बाबा अटल जी के स्थान ते आ जाना ते कदे बाहर जंगल विच जा बिराजना। सारा दिन बाहर रहण तो बाद शाम नूं शहर विच संत मस्तान सिंह जी की धर्मशाला विच आके अन्न जल छक लैना। 8 पहरां बाद ही भोजन छकना। इस तरह इत्थे बाबा जी ने तकरीबन 10 साल तपस्या की। बाबा जी दे अपने दसन मुताबिक 7,25,000 पाठ श्री जपजी साहिब दे अते नाल नाल मूल मंत्र पहली पौड़ी का बेअंत जाप किया। श्री नरसिंह भगवान के दर्शन होने। निरंकार नूं जदों जदों भी भगतां दी रखिया करन दी लोड़ पई है ते जिहड़ा भी सरूप धारना पिया वो धारिया, क्योंकि भगत उन्हां नूं इन्ने प्यारे हन जिवें मावां नूं पुੱਤ। आद जुगाद भगतन का राखा, हर जुग जुग भगत उपाया। भगतां दी सदा तू रखदा हर जियो, धुर तू रखदा आया। प्रहलाद जन तुद राख लए हर जियो, हर नाकस मार पुचाया। श्री गुरु ग्रंथ साहिब जी अंग 637। हरनाकश नूं क्यों मारना पिया? इसने तो बड़ी भगती की सी ते निरंकार ने प्रगट हो के पूछया सी कि तेरी तपस्या पूरी हो गई है, कुछ मंग लै। तो इसने मंगया कि मैं मरा नहीं, अमर हो जावां। ते नाल ही उसने वो वचन लै लिया जिस चीज़ तो यह डरदा सी। इसने समझा कि जे इस तरह का वर मैनू मिल गया तो मरन का मतलब ही कोई नहीं। इसने बेनती की, मैं ना अंदर मरा ना बाहर मरा, ना दिने मरा ना राती मरा, ना मैनू कोई बंदा मार सके ना जानवर मार सके, ना मैं किसी शस्त्र नाल कट्टिया जावां। भगवान ने आख्या तथास्तु। हुण इसनूं हंकार हो गया कि जे मैं मरना नहीं तो जो मर्जी करदा फिरां। हुण मैं रब हाँ ते जो नहीं मरदा उहो ही तां रब हुंदा है। इसनूं ये समझ ना आई कि जिस दी भगती कीती उस तो वर लिया ते उसे दी ही बराबरी क्यों करदा हाँ ते रब नूं हंकार पाउंदा नहीं। हर जी हंकार ना पावई। किते नहीं लिखिया कि कामी ना पावई जां क्रोधी ना पावई, क्योंकि कामी क्रोधी बख्शे जाणगे जदों निमाणे हो के ढह पैणगे, पर हंकारी ने ढहना नहीं।
ਇਸ ਲਈ ਬਖਸ਼ਿਆ ਜਾਣਾ ਨਹੀਂ। ਹੁਣ ਬਾਕੀ ਤਾਂ ਇਸ ਨੇ ਮਰਜ਼ੀਆਂ ਕੀਤੀਆਂ ਹੀ ਸਨ, ਬਲਕਿ ਇਸ ਨੇ ਆਪਣਾ ਨਾਮ ਜਪਾਉਣਾ ਸ਼ੁਰੂ ਕਰ ਦਿੱਤਾ। ਆਖਿਆ ਕਿ ਜੇ ਕੋਈ ਵੀ ਰਾਮ ਜਾਂ ਅੱਲਾ ਦਾ ਨਾਮ ਮਤ ਲਓ, ਮੇਰਾ ਹੀ ਨਾਮ ਜਪੋ, ਤਾਂ ਫਿਰ ਉਸੇ ਭਗਵਾਨ ਨੇ ਜਿਸ ਨੇ ਵਰ ਦਿੱਤਾ ਸੀ, ਹੁਣ ਉਸ ਦੇ ਘਰ ਪ੍ਰਹਿਲਾਦ ਨੂੰ ਭੇਜ ਦਿੱਤਾ। ਹੁਣ ਕੋਈ ਵੀ ਹਰਨਾਕਸ਼ ਦਾ ਕਿਹਾ ਨਹੀਂ ਸੀ ਮੋੜਦਾ, ਭਾਵੇਂ ਕਿ ਦਿਲੋਂ ਸਮਝਦਾ ਹੋਇਆ ਕਿ ਇਹ ਗਲਤ ਹੈ। ਪਰ ਪ੍ਰਹਿਲਾਦ ਨੇ ਮੁਕਾਬਲਾ ਕਰ ਲਿਆ ਤੇ ਕਹਿ ਦਿੱਤਾ, ਪਿਤਾ ਤੂੰ ਗਲਤ ਹੈ। ਹਰਨਾਕਸ਼ ਨੇ ਪਹਿਲਾਂ ਬੜੇ ਪਿਆਰ ਨਾਲ ਤੇ ਫਿਰ ਗੁੱਸੇ ਨਾਲ ਤੇ ਅਖੀਰ ਵਿੱਚ ਮਾਰਨ ਤੱਕ ਦੀ ਨੌਬਤ ਆ ਗਈ ਕਿ ਪ੍ਰਹਿਲਾਦ ਨੂੰ ਹੀ ਅੱਗ ਹੀ ਲਾ ਦਿਓ। ਇਹ 5 ਸਾਲ ਦਾ ਬੱਚਾ ਮੇਰੇ ਨਾਲ ਕੀ ਮੁਕਾਬਲਾ ਕਰ ਸਕਦਾ ਹੈ। ਪਹਿਲਾਂ ਪ੍ਰਹਿਲਾਦ ਨੂੰ ਇੱਕ ਹਨੇਰੀ ਕੋਠੜੀ ਵਿੱਚ ਬੰਦ ਕਰ ਦਿੱਤਾ। ਪ੍ਰਹਿਲਾਦ ਕੋਠੇ ਵਿੱਚ ਰਾਖਿਆ, ਬਾਹਰ ਦੀਆ ਤਾਲਾ, ਨਿਰਭਉ ਬਾਲਕ ਮੂਲ ਨ ਡਰਈ, ਮੇਰੇ ਅੰਤਰ ਗੁਰ ਗੋਪਾਲਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਗ 1154। ਪਰ ਪ੍ਰਹਿਲਾਦ ਡਰਿਆ ਨਹੀਂ ਤੇ ਫਿਰ ਪਾਣੀ ਵਿੱਚ ਸੁੱਟਿਆ। ਅੱਗ ਵਿੱਚ ਲੈ ਕੇ ਹੋਲਿਕਾ ਬੈਠੀ, ਪਰ ਪ੍ਰਹਿਲਾਦ ਨਹੀਂ ਮਰਿਆ। ਜਲ ਅਗਨੀ ਵਿੱਚ ਕੱਤਿਆ, ਜਲੇ ਨਾ ਡੁੱਬੇ ਗੁਰ ਪ੍ਰਸਾਦੀ। ਅਖੀਰ ਇੱਕ ਲੋਹੇ ਦਾ ਖੰਭਾ ਲਾਲ ਕਰਾ ਕੇ ਪ੍ਰਹਿਲਾਦ ਨੂੰ ਪੁੱਛਿਆ, ਤੇਰਾ ਰਾਮ ਸਭ ਥਾਈਂ ਹੈ? ਪ੍ਰਹਿਲਾਦ ਨੇ ਆਖਿਆ, ਹਾਂ ਹੈ। ਇਸ ਖੰਭੇ ਵਿੱਚ ਵੀ ਹੈ? ਆਖਿਆ, ਕਿਉਂ ਨਹੀਂ? ਆਖਿਆ, ਫਿਰ ਇਸ ਨੂੰ ਜੱਫੀ ਪਾ। ਹੁਣ ਪ੍ਰਹਿਲਾਦ ਡਰਿਆ ਕਿ ਪਹਿਲਾਂ ਤਾਂ ਮੈਂ ਬਚਦਾ ਰਿਹਾ ਹਾਂ, ਪਰ ਇਹ ਲੋਹੇ ਦਾ ਅੱਗ ਨਾਲ ਲਾਲ ਕੀਤਾ ਖੰਭਾ, ਇਸ ਤੋਂ ਕਿਵੇਂ ਬਚਾਂਗਾ? ਤਾਂ ਝੱਟ ਭਗਵਾਨ ਨੇ ਇੱਕ ਕੌਤਕ ਰਚਿਆ ਤੇ ਕੀੜੀ ਦਾ ਰੂਪ ਧਾਰ ਕੇ ਖੰਭੇ ਦੇ ਉੱਤੇ ਤੁਰਨ ਲੱਗੇ। ਹੁਣ ਪ੍ਰਹਿਲਾਦ ਨੂੰ ਸੋਝੀ ਆਈ ਕਿ ਜੇ ਕੀੜੀ ਨਹੀਂ ਸੜੀ ਤਾਂ ਮੈਂ ਕਿਵੇਂ ਸੜਾਂਗਾ। ਝੱਟ ਜਾ ਕੇ ਉਸ ਖੰਭੇ ਨੂੰ ਜੱਫੀ ਪਾ ਲਈ। ਉਸ ਖੰਭੇ ਵਿੱਚੋਂ ਫਿਰ ਨਰਸਿੰਘ ਭਗਵਾਨ ਪ੍ਰਗਟ ਹੋਏ। ਥੰਬ ਫੋੜ ਪ੍ਰਗਟਿਆ ਨਰਸਿੰਘ ਰੂਪ ਅਨੂਪ ਅਨਾਦ। ਆਪਣੇ ਦਿੱਤੇ ਬਚਨ ਦੀ ਵੀ ਪਾਲਣਾ ਕੀਤੀ, ਇਸ ਲਈ ਆਪਣਾ ਸਿਰ ਬਣਾਇਆ ਸ਼ੇਰ ਦਾ ਤੇ ਧੜ ਬਣਾਇਆ ਮਨੁੱਖ ਦਾ। ਇਸ ਲਈ ਨਾ ਮਨੁੱਖ ਸੀ ਨਾ ਜਾਨਵਰ, ਤੇ ਸਮਾਂ ਰੱਖ ਲਿਆ ਸੰਧਿਆ ਦਾ। ਨਾ ਦਿਨ ਸੀ ਨਾ ਰਾਤ ਸੀ, ਤੇ ਆਪਣੇ 9 ਇਤਨੇ ਵੱਡੇ ਕਰ ਲਏ ਕਿਉਂਕਿ ਵਰ ਸੀ ਕਿ ਕਿਸੇ ਸ਼ਸਤਰ ਨਾਲ ਵੀ ਨਾ ਮਰਾਂ। ਇਸ ਲਈ ਆਪਣੇ 9 ਇਸਤੇਮਾਲ ਕੀਤੇ ਤੇ ਰੱਖ ਲਿਆ ਆਪਣੇ ਪੱਟਾਂ ਦੇ ਉੱਤੇ। ਬੈਠ ਗਏ ਦਲੀਜਾਂ ਦੇ ਵਿਚਕਾਰ, ਨਾ ਅੰਦਰ ਸੀ ਨਾ ਬਾਹਰ। ਆਪਣੇ ਬਚਨ ਵੀ ਪੂਰੇ ਕਰ ਦਿੱਤੇ ਤੇ ਉਸਨੂੰ ਆਖ ਦਿੱਤਾ ਕਿ ਤੂੰ ਇਹ ਨਾ ਸਮਝ ਕਿ ਮੈਂ ਤੈਨੂੰ ਜਿਹੜੇ ਵਰ ਦਿੱਤੇ ਸਨ ਉਹਨਾਂ ਵਿੱਚੋਂ ਕੋਈ ਇੱਕ ਵੀ ਬਦਲਿਆ ਹੋਵੇ। ਇਹ ਕਹਿ ਕੇ ਹਰਨਾਕਸ਼ ਨੂੰ ਆਪਣੇ ਨੌਹਾਂ ਨਾਲ ਚੀਰ ਸੁੱਟਿਆ। ਹਰਨਾਕਸ਼ ਨੂੰ ਮਾਰਿਆ ਤੇ ਆਪਣੇ ਭਗਤ ਦੀ ਜੈ ਜੈਕਾਰ ਕਰਾਈ। ਜੈ ਜੈਕਾਰ ਕਰਨ ਬ੍ਰਹਮਾਦ, ਓਏ ਪਰਮ ਪੁਰਖ ਦੇਵਾਦ ਦੇਵ, ਭਗਤ ਹੇਤ ਨਰਸਿੰਘ ਪੇਵ। ਬਾਣੀ ਪੜ੍ਹਦੇ ਸੁਣਦੇ ਇੱਕ ਦਿਨ ਮਨ ਵਿੱਚ ਖਿਆਲ ਆਇਆ ਕਿ ਭਗਵਾਨ ਦੇ ਨਰਸਿੰਘ ਰੂਪ ਵਿੱਚ ਦਰਸ਼ਨ ਕਰਨ ਨੂੰ ਜੀ ਕਰਦਾ ਹੈ। ਇਹ ਫੁਰਨਾ ਆਉਣ ਦੀ ਦੇਰ ਸੀ। ਉਸੇ ਵੇਲੇ ਆਵਾਜ਼ ਆਈ ਕਿ ਸਾਡੀ ਖੁਰਾਕ ਸਾਨੂੰ ਦੇ ਦਿਓ ਤੇ ਦਰਸ਼ਨ ਕਰ ਲਓ। ਹੈਰਾਨ ਹੋ ਗਏ ਕਿ ਇਹ ਆਵਾਜ਼ ਕਿੱਧਰੋਂ ਆਈ ਹੈ, ਤਾਂ ਸਮਝ ਗਏ ਕਿ ਮੇਰੇ ਮਨ ਦਾ ਜੋ ਫੁਰਨਾ ਸੀ ਇਹ ਉਸੇ ਦਾ ਉੱਤਰ ਹੈ। ਹੁਣ ਮਨ ਵਿੱਚ ਸੋਚਿਆ ਕਿ ਖੁਰਾਕ ਹੈ ਕੀ, ਮੈਂ ਕੀ ਦੇਣਾ ਹੈ। ਆਵਾਜ਼ ਆਈ, ਤੋੜਾ ਸੰਖੀਆਂ ਖਾ ਲਓ, ਇਹ ਖੁਰਾਕ ਹੈ। ਹੁਣ ਸਾਰੇ ਜਾਣਦੇ ਹੋ ਕਿ ਸੰਖੀਆਂ ਇੱਕ ਜ਼ਹਿਰ ਹੈ ਤੇ ਜ਼ਹਿਰ ਖਾ ਕੇ ਬੰਦਾ ਮਰ ਜਾਂਦਾ ਹੈ। ਇਸ ਲਈ ਨਾਮ ਜਪਣ ਵਾਲਿਆਂ ਵਾਸਤੇ ਸਰੀਰ ਤੱਕ ਲਾ ਦੇਣਾ ਇੱਕ ਮਾਮੂਲੀ ਗੱਲ ਹੈ, ਤੇ ਜਿਹੜਾ ਸਰੀਰ ਦੀ ਪਰਵਾਹ ਕਰਦਾ ਹੈ ਉਹ ਇਸ ਮੁਰਾਤਬੇ 'ਤੇ ਪਹੁੰਚ ਨਹੀਂ ਸਕਦਾ। ਕਹਾਂ ਪਇਓ ਜੋ ਤਨ ਪਇਓ ਛਿਨ ਛਿਨ, ਪ੍ਰੇਮ ਜਾਏ ਤੋ ਡਰ ਪੇ ਤੇਰੋ ਜਨ। ਇਹ ਪ੍ਰੇਮ ਵਾਲਿਆਂ ਦੀ ਗੱਲ ਹੈ। ਉਹ ਕਹਿੰਦੇ ਹਨ ਕਿ ਜੇ ਸਰੀਰ ਟੁਕੜੇ ਟੁਕੜੇ ਵੀ ਹੋ ਜਾਏ ਤਾਂ ਕੋਈ ਪਰਵਾਹ ਨਹੀਂ, ਪਰ ਜੇ ਕਿਤੇ ਸਾਡੀ ਪ੍ਰੀਤੀ ਵਿੱਚ ਘਾਟ ਰਹਿ ਜਾਏ ਤਾਂ ਬਹੁਤ ਦੁੱਖ ਹੋਏਗਾ, ਕਿਉਂਕਿ ਮੇਰੀ ਪ੍ਰੀਤ ਗੋਬਿੰਦ ਸਿਉ ਜੇ ਨਾ ਕਟੇ, ਮੈਂ ਤਾਂ ਮੋਲ ਮਹਿੰਗੇ ਲਈ ਜੀ ਸਟੇ। ਆਖਿਆ ਕਿ ਮੈਂ ਪ੍ਰੀਤ ਬੜੀ ਮਹਿੰਗੀ ਲਈ ਹੈ। ਭਲਾ ਕਿੰਨੀ ਕੁ? ਆਖਿਆ ਆਪਣੇ ਸਰੀਰ ਨਾਲੋਂ ਤਾਂ ਕੀਮਤੀ ਕੁਝ ਹੈ ਨਹੀਂ ਬੰਦੇ ਵਾਸਤੇ। ਮੈਂ ਸਰੀਰ ਵੀ ਦਾਅ 'ਤੇ ਲਾ ਦਿੱਤਾ ਇਸ ਪ੍ਰੀਤ ਵਾਸਤੇ। ਦਿਨ ਚੜ੍ਹ ਗਿਆ ਤਾਂ ਉਸੇ ਹਲਵਾਈ ਤੋਂ 1 ਤੋਲਾ ਸੰਖੀਆਂ ਮੰਗਵਾ ਲਿਆ ਤੇ ਰਗੜ ਕੇ ਪੁੜੀ ਬੰਨ੍ਹ ਲਈ ਤੇ ਉੱਥੋਂ ਚੱਲ ਪਏ।
ਚਲਦੇ ਚਲਦੇ ਜਲੰਧਰ ਦੇ ਨੇੜੇ ਪਹੁੰਚ ਗਏ ਤੇ ਕਿਸੇ ਘਰੋਂ ਥੋੜ੍ਹਾ ਦੁੱਧ ਲੈ ਲਿਆ। ਅੱਗੋਂ ਇੱਕ ਹਲਵਾਈ ਦੀ ਦੁਕਾਨ ਤੋਂ ਬਰਫੀ ਦੀ ਟੁਕੜੀ ਲੈ ਕੇ ਵਿੱਚ ਸੰਖੀਆਂ ਪਾ ਕੇ ਵਲੇਟ ਕੇ ਛਕ ਗਏ ਤੇ ਉੱਤੋਂ ਦੁੱਧ ਪੀ ਲਿਆ ਤੇ ਚੱਲ ਪਏ। ਲਾਗੇ ਕਿਸੇ ਪਿੰਡ ਤੋਂ ਥੋੜ੍ਹੀ ਦੂਰ ਇੱਕ ਛੱਪੜ ਦੇ ਕਿਨਾਰੇ ਜਾ ਬੈਠੇ। ਜਦੋਂ ਅੱਧੀ ਰਾਤ ਹੋਈ ਤਾਂ ਤਬੀਅਤ ਖਰਾਬ ਹੋ ਗਈ, ਬੁਖਾਰ ਵੀ ਬੜਾ ਹੋ ਗਿਆ, ਪਰ ਰਾਤ ਢਲਣ ਨਾਲ ਜਿਵੇਂ ਨਿਤਨੇਮ ਕਰਿਆ ਕਰਦੇ ਸਨ ਉਹ ਕਰ ਲਿਆ। ਅੰਮ੍ਰਿਤ ਵੇਲੇ ਇੱਕ ਭਾਰੀ ਖੜਾਕ ਹੋਇਆ, ਜਿਵੇਂ ਧਰਤੀ ਪਾਟ ਗਈ ਹੋਵੇ, ਤੇ ਨਾਲ ਹੀ ਇੱਕ ਦਿਵ ਪ੍ਰਕਾਸ਼ ਜੋ ਚਾਰੇ ਪਾਸੇ ਨਜ਼ਰ ਆਇਆ। ਉਸ ਪ੍ਰਕਾਸ਼ ਵਿੱਚੋਂ ਸ਼੍ਰੀ ਨਰਸਿੰਘ ਜੀ ਦੇ ਪ੍ਰਤੱਖ ਦਰਸ਼ਨ ਹੋਏ ਤੇ ਨਾਲ ਹੀ 3 ਵਾਰ ਆਵਾਜ਼ ਆਈ, ਕਲਯੁਗ ਪ੍ਰਮਾਣ ਨਾਨਕ ਗੁਰ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਗ 1390। ਨਰਸਿੰਘ ਜੀ ਦਾ ਸਰੂਪ ਤਾਂ ਅਲੋਪ ਹੋ ਗਿਆ ਤੇ ਉਹ ਪ੍ਰਕਾਸ਼ ਉਸ ਤੋਂ ਵੀ ਵੱਧ ਗਿਆ ਤੇ ਉਸ ਪ੍ਰਕਾਸ਼ ਵਿੱਚੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸੱਚੇ ਪਾਤਸ਼ਾਹ ਦੇ ਦਰਸ਼ਨ ਹੋਏ। ਪ੍ਰਕਾਸ਼ ਜਿਤਨਾ ਤੇਜ਼ ਸੀ ਕਿ ਦਰਸ਼ਨ ਕਰਕੇ ਸੁੱਧ ਬੁੱਧੀ ਭੁੱਲ ਗਈ। दर्शन देख ही शुद्ध की ना शुद्ध रही, बुद्ध की ना बुद्ध रही, मत में ना मत है। इस आनंद विच बैठिया नूं बाकी समा किवें लंघिया पता ही ना लग्या। दिने आउण वाले लोकां ने वेख्या तां कईयां ने तां मरे होए ही समझ लिया। सारे पिंड विच चर्चा हो गई कि पिंड विचों एक सियाणा बंदा सी। उसने आके गौर नाल वेख्या कि साह तां चलदे रहे ने ਤੇ ਕੋਲ ਬੈਠ ਗਿਆ। ਕੁਝ ਸਮੇਂ ਬਾਅਦ ਬਾਬਾ ਜੀ ਦੀ ਬਿਰਤੀ ਖੁੱਲ੍ਹੀ ਤੇ ਨੇਤਰ ਖੋਲ੍ਹੇ ਤਾਂ ਉਸ ਨੇ ਨਾਮ ਪਤਾ ਪੁੱਛਿਆ, ਜਿਸ 'ਤੇ ਬਾਬਾ ਜੀ ਨੇ ਨਾਮ ਤਾਂ ਨਾ ਦੱਸਿਆ ਪਰ ਪਿੰਡ ਦੱਸ ਦਿੱਤਾ। ਪਿੰਡ ਦੱਸਣ ਦੀ ਦੇਰ ਸੀ, ਉਹਨੇ ਪਛਾਣ ਲਿਆ ਤੇ ਪੁੱਛਣ ਲੱਗਾ, ਤੂੰ ਬੂੜ ਸਿੰਘ ਦਾ ਪੁੱਤ ਮਸਤਾਨਾ ਤਾਂ ਨਹੀਂ? ਆਖਿਆ ਹਾਂ। ਤੇ ਉਹ ਗੁਰਮੁਖ ਉਹਨਾਂ ਦੇ ਪਿਤਾ ਦਾ ਚੰਗਾ ਜਾਣੂ ਸੀ ਤੇ ਬਾਬਾ ਜੀ ਜੇ ਘਰੋਂ ਗਏ ਸਨ ਤੇ ਮਾਤਾ ਪਿਤਾ ਪਿੱਛੋਂ ਲੱਭਦੇ ਰਹੇ। ਇਹ ਬਜ਼ੁਰਗ ਵੀ ਉਹਨਾਂ ਦੇ ਨਾਲ ਸੀ, ਜਿਸ ਕਰਕੇ ਉਸਨੂੰ ਸਭ ਕੁਝ ਸਮਝਣ ਲਈ ਬਹੁਤੀ ਦੇਰ ਨਾ ਲੱਗੀ। ਆਖਿਆ, ਚੱਲ ਹੁਣ ਮੇਰੇ ਨਾਲ ਘਰ ਤੇ ਪ੍ਰਸ਼ਾਦਾ ਪਾਣੀ ਛਕ ਤੇ ਫਿਰ ਮੈਂ ਤੈਨੂੰ ਤੇਰੇ ਪਿੰਡ ਵੀ ਪਹੁੰਚਾ ਦੇਵਾਂਗਾ। ਇਹ ਕਹਿ ਕੇ ਉਸਨੇ ਬਾਂਹ ਫੜ ਕੇ ਉਠਾਉਣਾ ਚਾਹਿਆ ਪਰ ਉੱਠਿਆ ਨਾ ਗਿਆ। ਇੰਜ ਪ੍ਰਤੀਤ ਹੋਇਆ ਜਿਵੇਂ ਸਰੀਰ ਦੀ ਗੰਢ ਹੀ ਵੱਜ ਗਈ ਹੋਵੇ। ਤਾਂ ਉਹ ਬਾਬਾ ਜੀ ਨੂੰ ਉੱਥੇ ਹੀ ਛੱਡ ਗਿਆ ਤੇ ਘਰੋਂ ਜਾ ਕੇ ਦੁੱਧ ਲੈ ਆਇਆ। ਬਾਬਾ ਜੀ ਨੇ ਲੋੜ ਅਨੁਸਾਰ ਛਕ ਲਿਆ ਤੇ ਕਹਿਣ ਲੱਗਾ, ਤੁਹਾਨੂੰ ਘਰ ਕਿਵੇਂ ਪਹੁੰਚਾਈਏ? ਤੁਹਾਥੋਂ ਤਾਂ ਤੁਰਿਆ ਵੀ ਨਹੀਂ ਜਾਂਦਾ। ਤਾਂ ਉਹ ਪਿੰਡ ਵਿੱਚੋਂ ਇੱਕ ਵਹਿੰਗੀ ਵਾਲੇ ਨੂੰ ਲੈ ਆਇਆ, ਸਾਰੀ ਗੱਲ ਸਮਝਾ ਦਿੱਤੀ, ਪਿੰਡ ਦੱਸ ਦਿੱਤਾ ਤੇ ਜੋ ਉਸਨੇ ਮਜ਼ਦੂਰੀ ਮੰਗੀ ਉਹ ਦੇ ਦਿੱਤੀ। ਵਹਿੰਗੀ ਵਾਲੇ ਨੇ ਇੱਕ ਪਾਸੇ ਪਾਣੀ ਦਾ ਘੜਾ ਭਰ ਕੇ ਰੱਖ ਲਿਆ ਤੇ ਇੱਕ ਪਾਸੇ ਪੀੜੀ ਡਾਹ ਕੇ ਵਿੱਚ ਬਾਬਾ ਜੀ ਨੂੰ ਬਿਠਾ ਲਿਆ। ਤੁਰਦੇ ਤੁਰਦੇ ਨੂੰ ਜਿੱਥੇ ਦੁਪਹਿਰਾ ਹੋ ਗਿਆ ਉੱਥੇ ਹੀ ਛਾਂ ਵੇਖ ਕੇ ਵਹਿੰਗੀ ਰੱਖ ਦਿੱਤੀ। ਬਾਬਾ ਜੀ ਨੂੰ ਇੱਕ ਬ੍ਰਿਸ਼ ਦੇ ਨਾਲ ਢੋ ਜਿਹੀ ਲਵਾ ਕੇ ਬਿਠਾ ਦਿੱਤਾ। ਆਪ ਇੱਕ ਪਾਸੇ ਸੌਂ ਗਿਆ। ਇੱਥੇ ਦੁਪਹਿਰ ਦੇ ਸਮੇਂ ਇੱਕ ਵਾਰ ਫਿਰ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਹੋਏ। ਇਹ ਦੂਜੀ ਵਾਰ ਦਰਸ਼ਨ ਹੋਣ ਨਾਲ ਮਨ ਦੀ ਅਵਸਥਾ ਹੋਰ ਉੱਚੀ ਹੋ ਗਈ। ਦੁਪਹਿਰ ਢਲਣ ਤੋਂ ਬਾਅਦ ਵਹਿੰਗੀ ਵਾਲਾ ਤੁਰ ਪਿਆ ਤੇ ਆਥਣ ਤੱਕ ਮਨਸੂਰਵਾਲ ਪਹੁੰਚ ਗਿਆ। ਜਦੋਂ ਬਾਬਾ ਜੀ ਅੱਜ 12 ਸਾਲਾਂ ਬਾਅਦ ਘਰ ਵਾਪਸ ਪਰਤੇ ਤਾਂ ਮਾਤਾ ਜੀ ਨੇ ਖੁਸ਼ੀ ਤੇ ਵੈਰਾਗ ਦੋਨਾਂ ਅਵਸਥਾਵਾਂ ਵਿੱਚ ਹੀ ਬਾਬਾ ਜੀ ਨਾਲ ਬਹੁਤ ਪਿਆਰ ਕੀਤਾ। ਗਲ ਲੱਗ ਕੇ ਰੋਈ, ਕਿਉਂਕਿ ਪਿਤਾ ਜੀ ਤਾਂ ਹੁਣ ਨਹੀਂ ਸਨ ਰਹੇ ਇਸ ਸੰਸਾਰ 'ਤੇ। ਵਹਿੰਗੀ ਵਾਲਾ ਤਾਂ ਰਾਤ ਕੱਟ ਕੇ ਵਾਪਸ ਮੁੜ ਗਿਆ ਤੇ ਆਪ ਜੀ ਘਰ ਵਿੱਚ ਹੀ ਟਿਕ ਗਏ।